ਆਓ ਸੁਣਦੇ ਹਾਂ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਕਹਾਣੀ ਜੰਗਲੀ ਬੂਟੀ। ਅੰਗੂਰੀ ਮੇਰੇ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਘਰ ਉਹਨਾਂ ਦੇ ਬੜੇ ਪੁਰਾਣੇ ਨੌਕਰ ਦੀ ਬੜੀ ਨਵੀਂ ਬੀਵੀ ਹੈ। ਇੱਕ ਤਾਂ ਨਵੀਂ ਇਸ ਗੱਲੋਂ ਕਿ ਉਹ ਆਪਣੇ ਖਾਵੰਦ ਦੀ ਦੂਸਰੀ ਬੀਵੀ ਹੈ, ਸੋ ਉਸਦਾ ਖਾਵੰਦ ਦੁਹਾਜੂ ਹੋਇਆ। ਜੂ ਤੋਂ ਮਤਲਬ ਜੇ ਜੂਨ ਦਾ ਹੋਵੇ ਤਾਂ ਇਸ ਦਾ ਪੂਰਾ ਅਰਥ ਨਿਕਲਿਆ ਦੂਸਰੀ ਜੂਨੇ ਪੈ ਚੁੱਕਾ ਬੰਦਾ, ਯਾਨੀ ਦੂਸਰੇ ਵਿਆਹ ਦੀ ਜੂਨ ਵਿੱਚ। ਤੇ ਅੰਗੂਰੀ ਕਿਉਂਕਿ ਅਜੇ ਵਿਆਹ ਦੀ ਪਹਿਲੀ ਜੂਨ ਵਿੱਚ, ਇਸ ਲਈ ਨਵੀਂ ਹੋਈ। ਤੇ ਦੂਸਰੀ ਉਹ ਇਸ ਗੱਲੋਂ ਵੀ ਨਵੀਂ ਹੈ ਕਿ ਉਸਦਾ ਮੁਕਲਾਵਾ ਆਇਆ ਅਜੇ ਜਿੰਨੇ ਕੁ ਮਹੀਨੇ ਹੋਏ ਹਨ, ਉਹ ਸਾਰੇ ਮਹੀਨੇ ਰਲ ਕੇ ਵੀ ਇੱਕ ਵਰ੍ਹਾ ਨਹੀਂ ਬਣੇ। 5-6 ਵਰ੍ਹੇ ਹੋਏ। ਪ੍ਰਭਾਤੀ ਜਦੋਂ ਆਪਣੇ ਮਾਲਕਾਂ ਤੋਂ ਛੁੱਟੀ ਲੈ ਕੇ ਆਪਣੀ ਪਹਿਲੀ ਵਹੁਟੀ ਦੀ ਕਿਰਿਆ ਕਰਨ ਲਈ ਆਪਣੇ ਪਿੰਡ ਗਿਆ ਸੀ, ਤਾਂ ਕਹਿੰਦੇ ਨੇ ਕਿ ਕਿਰਿਆ ਵਾਲੇ ਦਿਨ ਇਸ ਅੰਗੂਰੀ ਦੇ ਪਿਓ ਨੇ ਉਸਦਾ ਪਰਨਾ ਨਿਚੋੜ ਦਿੱਤਾ ਸੀ। ਕਿਸੇ ਵੀ ਮਰਦ ਦਾ ਇਹ ਪਰਨਾ ਭਾਵੇਂ ਆਪਣੀ ਔਰਤ ਦੀ ਮੌਤ ਉੱਤੇ ਅੱਥਰੂਆਂ ਨਾਲ ਨਹੀਂ ਭਿੱਜਿਆ ਹੁੰਦਾ। ਚੌਥੇ ਵਾਲੇ ਦਿਨ ਜਾਂ ਕਿਰਿਆ ਵਾਲੇ ਦਿਨ ਨਹਾ ਕੇ ਪਿੰਡਾ ਪੂੰਝਣ ਤੋਂ ਪਿੱਛੋਂ ਇਹ ਪਰਨਾ ਪਾਣੀ ਨਾਲ ਹੀ ਗਿੱਲਾ ਹੁੰਦਾ ਏ। ਪਰ ਸਧਾਰਨ ਜਿਹੀ ਪੇਂਡੂ ਰਸਮ ਨਾਲ ਕਿਸੇ ਹੋਰ ਕੁੜੀ ਦਾ ਪਿਓ ਉੱਠ ਕੇ ਜਦੋਂ ਇਹ ਪਰਨਾ ਨਿਚੋੜ ਦਿੰਦਾ ਏ ਤਾਂ ਜਿਵੇਂ ਆਖ ਰਿਹਾ ਹੁੰਦਾ ਏ, ਉਸ ਮਰਨ ਵਾਲੀ ਦੀ ਥਾਵੇਂ ਮੈਂ ਤੈਨੂੰ ਆਪਣੀ ਧੀ ਦਿੰਦਾ ਹਾਂ, ਹੁਣ ਤੈਨੂੰ ਰੋਣ ਦੀ ਲੋੜ ਨਹੀਂ, ਮੈਂ ਤੇਰੇ ਅੱਥਰੂਆਂ ਨਾਲ ਭਿੱਜਿਆ ਹੋਇਆ ਪਰਨਾ ਵੀ ਸੁਕਾ ਦਿੱਤਾ ਹੈ। ਇੰਜ ਪ੍ਰਭਾਤੀ ਦਾ ਇਸ ਅੰਗੂਰੀ ਨਾਲ ਦੂਸਰਾ ਵਿਆਹ ਹੋ ਗਿਆ ਸੀ। ਪਰ ਇੱਕ ਤਾਂ ਅੰਗੂਰੀ ਅਜੇ ਉਮਰ ਦੀ ਛੋਟੀ ਸੀ ਤੇ ਦੂਸਰਾ ਅੰਗੂਰੀ ਦੀ ਮਾਂ ਜੂੜੀ ਦੇ ਰੋਗ ਨਾਲ ਵੱਜੀ ਹੋਈ ਸੀ। ਇਸ ਲਈ ਮੁਕਲਾਵੇ ਦੀ ਗੱਲ 5 ਵਰ੍ਹਿਆਂ ਉੱਤੇ ਪੈ ਗਈ। ਫਿਰ ਇੱਕ ਕਰਕੇ 5 ਵਰ੍ਹੇ ਵੀ ਲੰਘ ਗਏ ਸਨ। ਤੇ ਇਸ ਵਰ੍ਹੇ ਜਦੋਂ ਪ੍ਰਭਾਤੀ ਆਪਣੇ ਮਾਲਕਾਂ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਆਪਣਾ ਮੁਕਲਾਵਾ ਲੈਣ ਗਿਆ ਸੀ, ਤਾਂ ਆਪਣੇ ਮਾਲਕਾਂ ਨੂੰ ਪਹਿਲੋਂ ਹੀ ਕਿਹਾ ਗਿਆ ਸੀ ਕਿ ਉਹ ਜਾਂ ਤਾਂ ਆਪਣੀ ਵਹੁਟੀ ਨੂੰ ਵੀ ਨਾਲ ਲਿਆਵੇਗਾ ਤੇ ਸ਼ਹਿਰ ਵਿੱਚ ਆਪਣੇ ਕੋਲ ਰੱਖੇਗਾ, ਤੇ ਜਾਂ ਉਹ ਵੀ ਪਿੰਡੋਂ ਨਹੀਂ ਮੁੜਨ ਲੱਗਾ। ਮਾਲਕ ਤੋਂ ਪਹਿਲੋਂ ਤਾਂ ਦਲੀਲੀ ਪੈ ਗਏ ਸਨ, ਕਿਉਂਕਿ ਇੱਕ ਪ੍ਰਭਾਤੀ ਦੀ ਥਾਵੇਂ ਆਪਣੇ ਚੌਂਕੇ ਵਿੱਚੋਂ ਉਹ 2 ਜਣਿਆਂ ਨੂੰ ਰੋਟੀ ਨਹੀਂ ਸਨ ਦੇਣਾ ਚਾਹੁੰਦੇ। ਪਰ ਜਦੋਂ ਪ੍ਰਭਾਤੀ ਨੇ ਇਹ ਗੱਲ ਆਖੀ ਕਿ ਉਹਦੀ ਅੰਗੂਰੀ ਕੋਠੜੀ ਦੇ ਪੱਕੇ ਕੱਚੇ ਥਾਂ ਨੂੰ ਲਿੰਬ ਪੋਚ ਕੇ ਆਪਣਾ ਵੱਖਰਾ ਚੁੱਲ੍ਹਾ ਬਣਾਏਗੀ, ਆਪਣਾ ਪਕਾਏਗੀ, ਆਪਣਾ ਖਾਏਗੀ, ਤਾਂ ਉਹਦੇ ਮਾਲਕ ਇਹ ਗੱਲ ਮੰਨ ਗਏ ਸਨ। ਸੋ ਅੰਗੂਰੀ ਮੁਕਲਾਵੇ ਫੇਰੇ ਸ਼ਹਿਰ ਆ ਗਈ ਸੀ। ਭਾਵੇਂ ਅੰਗੂਰੀ ਨੇ ਸ਼ਹਿਰ ਆਣ ਕੇ ਕੁਝ ਦਿਨ ਮਹੱਲੇ ਦੇ ਮਰਦਾਂ ਕੋਲੋਂ ਤਾਂ ਕੀ, ਮਹੱਲੇ ਦੀਆਂ ਔਰਤਾਂ ਕੋਲੋਂ ਵੀ ਘੁੰਡ ਨਹੀਂ ਸੀ ਲਾਇਆ, ਪਰ ਫੇਰ ਹੌਲੀ-ਹੌਲੀ ਉਹਦਾ ਘੁੰਡ ਉਪਰਾ ਗਿਆ। ਉਹ ਪੈਰਾਂ ਵਿੱਚ ਚਾਂਦੀ ਦੀਆਂ ਝਾਂਜਰਾਂ ਪਾ ਕੇ ਛਣਕ ਮਣਕ ਕਰਦੀ ਮਹੱਲੇ ਦੀ ਰੌਣਕ ਬਣ ਗਈ। ਇੱਕ ਝਾਂਜਰਾਂ ਉਹਦੇ ਪੈਰਾਂ ਵਿੱਚ ਪਈਆਂ ਹੁੰਦੀਆਂ, ਇੱਕ ਉਹਦੇ ਹਾਸੇ ਵਿੱਚ। ਭਾਵੇਂ ਉਹ ਦਿਨ ਦਾ ਬਹੁਤਾ ਹਿੱਸਾ ਆਪਣੀ ਕੋਠੜੀ ਵਿੱਚ ਹੀ ਰਹਿੰਦੀ, ਪਰ ਜਦੋਂ ਵੀ ਬਾਹਰ ਨਿਕਲਦੀ ਇੱਕ ਰੌਣਕ ਉਹਦੇ ਪੈਰਾਂ ਦੇ ਨਾਲ-ਨਾਲ ਤੁਰਦੀ। ये क्या पहना है अंगूरी? यह तो मेरे पैरों की छैल चूड़ी है, और ये उंगलियों में यह तो बिछवा है, और ये बाहों में यह तो पछेला है, और माथे पर अलीबंद कहते हैं इसे। आज तूने कमर में कुछ नहीं पहना, तगड़ी बहुत भारी लागत हो, कल को पहनूंगी। आज तो मैंने तौक भी नहीं पहना, उसका टांका टूट गया है। कल शहर में जाऊंगी, टांका भी लगाऊंगी, मेरे नाक को नक्शा भी था, इतना बड़ा मेरी सास ने दिया नहीं। इंज अंगूरी अपने चांदी दे गहने एक मड़क नाल पांदी सी, एक मड़क नाल विखांदी सी। पिछे जे जदों रुत फिरी सी, अंगूरी नूं शायद अपनी निक्की ਜਿਹੀ ਕੋਠੜੀ ਵਿੱਚ ਹੁੱਸੜ ਲੱਗਣ ਲੱਗ ਪਿਆ ਸੀ।
ਉਹ ਬਹੁਤੀ ਵੇਰ ਮੇਰੇ ਘਰ ਦੇ ਸਾਹਮਣੇ ਆਣ ਬਹਿੰਦੀ। ਮੇਰੇ ਘਰ ਦੇ ਅੱਗੇ ਨਿੰਮ ਦੇ ਵੱਡੇ ਵੱਡੇ ਰੁੱਖ ਹਨ ਤੇ ਇਹਨਾਂ ਰੁੱਖਾਂ ਦੇ ਕੋਲ ਜ਼ਰਾ ਕੁ ਉੱਚੀ ਥਾਵੇਂ ਇੱਕ ਪੁਰਾਣਾ ਖੂਹ ਹੈ। ਭਾਵੇਂ ਮਹੱਲੇ ਦਾ ਕੋਈ ਵੀ ਬੰਦਾ ਇਸ ਖੂਹ ਵਿੱਚੋਂ ਪਾਣੀ ਨਹੀਂ ਭਰਦਾ, ਪਰ ਪਰਲੇ ਪਾਸੇ ਇੱਕ ਸਰਕਾਰੀ ਸੜਕ ਬਣਦੀ ਪਈ ਹੈ ਤੇ ਉਸ ਸੜਕ ਦੇ ਮਜ਼ਦੂਰ ਕਈ ਵਾਰ ਇਸ ਖੂਹ ਨੂੰ ਗੇੜ ਲੈਂਦੇ ਹਨ, ਜਿਸ ਲਈ ਖੂਹ ਦੇ ਆਲੇ ਦੁਆਲੇ ਅਕਸਰ ਪਾਣੀ ਡੁੱਲਿਆ ਹੁੰਦਾ ਤੇ ਇਹ ਥਾਂ ਬੜੀ ਠੰਡੀ ਰਹਿੰਦੀ ਹੈ। ਕਿਆ ਪੜ੍ਹਤੀ ਹੋ ਬੀਬੀ ਜੀ? ਇੱਕ ਦਿਨ ਅੰਗੂਰੀ ਜਦੋਂ ਆਈ, ਮੈਂ ਨਿੰਮ ਦੇ ਰੁੱਖਾਂ ਹੇਠ ਬਹਿ ਕੇ ਇੱਕ ਕਿਤਾਬ ਪੜ੍ਹਦੀ ਪਈ ਸਾਂ। तुम पढ़ोगी? मेरे को पढ़ना नहीं आता। सीख लो। ना। क्यों? औरत को पाप लगता है पढ़ने से। औरत को पाप लगता है, मर्द को नहीं लगता। ना, मर्द को नहीं लगता। यह तुमको किसने कहा है? मैं जानती हूँ। फिर मैं तो पढ़ती हूँ, मुझे पाप लगेगा। शहर की औरत को पाप नहीं लगता, गांव की औरत को पाप लगता है। मैं भी हस पई ते अंगूरी भी। अंगूरी ने जो कुछ सुनिया होया सी ਉਹਦੇ ਵਿੱਚ ਉਹਨੂੰ ਕੋਈ ਸ਼ੰਕਾ ਨਹੀਂ ਸੀ, ਇਸ ਲਈ ਉਹਨੂੰ ਕੁਝ ਵੀ ਨਾ ਆਖਿਆ। ਜਾਪਿਆ ਉਹ ਜੇ ਹੱਸਦੀ ਖੇਡਦੀ ਆਪਣੀਆਂ ਕੀਮਤਾਂ ਨਾਲ ਸੁਖੀ ਰਹਿ ਸਕਦੀ ਹੈ ਤਾਂ ਸ਼ਾਇਦ ਉਹਦੇ ਲਈ ਇਹੋ ਠੀਕ ਹੈ। ਉਂਝ ਮੈਂ ਅੰਗੂਰੀ ਦੇ ਮੂੰਹ ਵੱਲ ਨੀਚ ਲਾ ਕੇ ਤੱਕਦੀ ਰਹੀ। ਡਾਢੇ ਸੌਲੇ ਰੰਗ ਵਿੱਚ ਉਹਦੇ ਪਿੰਡੇ ਦਾ ਮਾਸ ਗੁੰਨਿਆ ਹੋਇਆ ਸੀ। ਆਖਦੇ ਹਨ ਔਰਤ ਆਟੇ ਦੀ ਤੌਣ ਹੁੰਦੀ ਹੈ, ਪਰ ਕਈਆਂ ਦੇ ਪਿੰਡੇ ਦਾ ਮਾਸ ਉਸ ਢਿੱਲੇ ਆਟੇ ਵਾਂਗ ਹੁੰਦਾ ਹੈ ਜਿਹਦੀ ਰੋਟੀ ਕਦੇ ਵੀ ਗੋਲ ਨਹੀਂ ਵਿਲਦੀ, ਤੇ ਕਈਆਂ ਦੇ ਪਿੰਡੇ ਦਾ ਮਾਸ ਨਿਰੇ ਖਮੀਰੇ ਆਟੇ ਵਰਗਾ ਜਿਹਨੂੰ ਵੇਲਣੇ ਨਾਲ ਵੇਲਿਆ ਹੀ ਨਹੀਂ ਜਾ ਸਕਦਾ। ਸਿਰਫ ਕਿਸੇ ਕਿਸੇ ਦੇ ਪਿੰਡੇ ਦਾ ਮਾਸ ਇੰਜ ਪਿੱਡਾ ਗੁੰਨਿਆ ਹੁੰਦਾ ਹੈ ਕਿ ਰੋਟੀ ਤਾਂ ਕੀ ਭਾਵੇਂ ਪੂਰੀਆਂ ਵੇਲ ਲਵੋ। ਮੈਂ ਅੰਗੂਰੀ ਦੇ ਮੂੰਹ ਵੱਲ ਤੱਕਦੀ ਰਹੀ, ਅੰਗੂਰੀ ਦੀ ਛਾਤੀ ਵੱਲ, ਅੰਗੂਰੀ ਦੀਆਂ ਬਾਹਾਂ ਵੱਲ, ਅੰਗੂਰੀ ਦੀਆਂ ਪਿੰਨੀਆਂ ਵੱਲ। ਉਹ ਐਡੇ ਪੀਡੇ ਮੈਦੇ ਵਾਂਗ ਗੁੰਨੀ ਹੋਈ ਸੀ ਜਿਹਦੇ ਨਾਲ ਮੱਠੀਆਂ ਤਲੀਆਂ ਜਾ ਸਕਦੀਆਂ ਸਨ, ਤੇ ਮੈਂ ਅੰਗੂਰੀ ਦਾ ਪ੍ਰਭਾਤੀ ਵੀ ਤੱਕਿਆ ਹੋਇਆ ਸੀ। ਮਧਰੇ ਕੱਦ ਦਾ, ਢਿਲਕੇ ਮੂੰਹ ਦਾ, ਬੱਠਲ ਜਿਹਾ। ਤੇ ਫਿਰ ਅੰਗੂਰੀ ਦੇ ਰੂਪ ਵੱਲ ਵੇਖ ਕੇ ਉਸਦੇ ਖਾਵੰਦ ਬਾਰੇ ਇੱਕ ਅਜੀਬ ਤੁਲਨਾ ਸੁੱਝੀ ਕਿ ਪ੍ਰਭਾਤੀ ਅਸਲ ਵਿੱਚ ਆਟੇ ਦੀ ਇਸ ਪਿੱਡੀ ਗੁੱਝੀ ਔਰਤ ਨੂੰ ਪਕਾ ਕੇ ਖਾਣ ਦਾ ਹੱਕਦਾਰ ਨਹੀਂ, ਉਹ ਇਸ ਤੌਣ ਨੂੰ ਕੱਜ ਕੇ ਰੱਖਣ ਵਾਲਾ ਪੌਣਾ ਹੈ। ਇਸ ਤੁਲਨਾ ਨਾਲ ਮੈਨੂੰ ਆਪੇ ਹਾਸਾ ਹੀ ਆ ਗਿਆ, ਪਰ ਮੈਂ ਅੰਗੂਰੀ ਨੂੰ ਇਸ ਤੁਲਨਾ ਦੀ ਸੂਝ ਨਹੀਂ ਸਾਂ ਦੇਣਾ ਚਾਹੁੰਦੀ, ਇਸ ਲਈ ਉਹਦੇ ਨਾਲ ਉਹਦੇ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਈ। ਮਾਂ ਪਿਓ ਦੀਆਂ, ਭੈਣ ਭਰਾਵਾਂ ਦੀਆਂ ਤੇ ਖੇਤਾਂ ਪੈਲੀਆਂ ਦੀਆਂ ਗੱਲਾਂ ਕਰਦਿਆਂ ਮੈਂ ਉਹਨੂੰ ਪੁੱਛਿਆ, अंगूरी तुम्हारे गांव में शादी कैसे होती है? लड़की छोटी सी होती है, 5-7 साल की, जब वो किसी के पाँव पूज लेती है। कैसे पूजती है पाँव? लड़की का बाप जाता है, फूलों की एक थाली ले जाता है, साथ में रुपए, और लड़के के आगे रख देता है। यह तो एक तरफ से बाप ने पाँव पूज लिए, लड़की ने कैसे पूजे? लड़की की तरफ से तो पूजे, पर लड़की ने तो उसको देखा भी नहीं। लड़कियां नहीं देखती, लड़कियां अपने होने वाले खावंद को नहीं देखती ना, कोई भी लड़की नहीं देखती ना। पहलों तो अंगूरी ने ना आख दिती, पर फिर कुछ सोच सोच के आखन लगी, जो लड़कियां प्रेम करती हैं वो देखती हैं। तुम्हारे गांव में लड़कियां प्रेम करती हैं? कोई कोई। जो प्रेम करती हैं उसको पाप नहीं लगता? मैनू असल विच अंगूरी दी ਉਹ ਪਹਿਲੀ ਗੱਲ ਚੇਤੇ ਆ ਗਈ ਸੀ ਕਿ ਔਰਤਾਂ ਨੂੰ ਪੜਨ ਨਾਲ ਪਾਪ ਲੱਗਦਾ ਹੈ। ਇਸ ਲਈ ਮੈਂ ਸੋਚਿਆ ਕਿ ਉਸ ਹਿਸਾਬ ਨਾਲ ਪ੍ਰੇਮ ਕੀਤਿਆਂ ਵੀ ਪਾਪ ਲੱਗਦਾ ਹੋਏਗਾ। ਪਾਪ लगता है, बड़ा पाप लगता है। अंगूरी ने छेती नाल आख्या, अगर पाप लगता है तो फिर वो प्रेम क्यों करती हैं? वो तो बात यह होती है,
कि कोई आदमी जब किसी छोकरी को कुछ खिला देता है तो वो उससे प्रेम करने लग जाती है। कोई क्या खिला देता है उसको? एक जंगली बूटी है, बस वही पान में डाल के या मिठाई में डाल के खिला देता है, फिर उसे वही अच्छा लगता है। दुनिया का और कुछ भी अच्छा नहीं लगता। सच, मैं जानती हूँ, मैंने अपनी आंखों से देखा है। किसे देखा था? मेरी एक सखी थी, इतनी बड़ी थी मेरे से। फिर क्या? वो पागल हो गई उसके पीछे, शहर चली गई उसके साथ। यह तुम्हें कैसे मालूम है कि तेरी सखी को उसने बूटी खिलाई थी? बर्फी में डाल के खिलाई थी, और नहीं तो क्या। वो ऐसे ही अपने माँ बाप को छोड़कर चली जाती। वो उसको बहुत चीजें लाकर देता था। शहर से धोती लाता था, चूड़ियाँ लाता था, शीशे की और मोतियों की गानी भी। यह तो चीजें हुई ना, पर यह तुम्हें कैसे मालूम है कि उसने जंगली बूटी खिलाई थी? नहीं खिलाई थी तो फिर वो इसको प्रेम क्यों करने लग गई? प्रेम तो यूं भी हो जाता है। नहीं, ऐसे नहीं होता। जिससे माँ बाप बुरा मान जाएं, भला उससे प्रेम कैसे हो सकता है? तूने वो जंगली बूटी देखी है? मैंने नहीं देखी। वह तो बड़ी दूर से लाते हैं, फिर छुपा के मिठाई में डाल देते हैं या पान में डाल देते हैं। मेरी तो माँ ने पहले ही बता दिया था कि किसी के हाथ से मिठाई नहीं खाना। तूने बहुत अच्छा किया कि किसी के हाथ से मिठाई नहीं खाई, पर तेरी उस सखी ने कैसे खा ली? अपना किया पाएगी ਕਹਿਣ ਨੂੰ ਅੰਗੂਰੀ ਨੇ ਕਹਿ ਦਿੱਤਾ, ਪਰ ਫਿਰ ਸ਼ਾਇਦ ਉਸ ਨੂੰ ਸਹੇਲੀ ਦਾ ਮੋਹ ਆ ਗਿਆ ਜਾਂ ਤਰਸ ਆ ਗਿਆ। दुखी होए मन नाल आखन लगी, बावरी हो गई थी बेचारी। बालों में कंघी भी नहीं लगाती थी। रात को उठ के गाने गाती थी। क्या गाती थी? पता नहीं क्या गाती थी। जो कोई बूटी खा लेती है बहुत गाती है, रोती भी बहुत है। गल गाउण तो रोण उत्ते आ पहुंची सी, इसलिए मैं अंगूरी नूं होर कुछ ना पुछया। ते हुण बड़े थोड़े ਜਿਹੇ दिनां दी गल है। एक दिन अंगूरी निम्म दे रुख हेठां आण के चुपचाप मेरे कोल खलो गई। अगे जदों अंगूरी आउंदी सी तां छण छण करदा 20 गज परेओं ही ਉਹਦੇ ਆਉਣ ਦਾ ਖੜਾਕ ਸੁਣਾਈ ਦੇ ਜਾਂਦਾ ਹੁੰਦਾ ਸੀ। ਪਰ ਅੱਜ ਉਹਦੇ ਪੈਰਾਂ ਦੀਆਂ ਝਾਂਜਰਾਂ ਪਤਾ ਨਹੀਂ ਕਿੱਥੇ ਗੁਆਚੀਆਂ ਹੋਈਆਂ ਸਨ। ਮੈਂ ਕਿਤਾਬ ਉੱਤੋਂ ਸਿਰ ਚੁੱਕਿਆ ਤੇ ਪੁੱਛਿਆ, क्या बात है अंगूरी? अंगूरी पहलों किन्ना चिर मेरे वल तकदी रही, फिर हौली जही आखन लगी, बीबी जी मुझे पढ़ना सिखा दो। क्या हुआ अंगूरी? मेरा नाम लिखना सिखा दो। किसी को खत लिखोगी? अंगूरी ने जवाब ना दिता ते बिट बिट मेरे मुंह वल तकदी रही। पाप नहीं लगेगा पढ़ने से? मैं फिर पूछया। अंगूरी ने फिर भी जवाब ना दिता ते बिट बिट सामने आसमान वल तक्कन लगी। एक दोपहरां दी गल सी। मैं अंगूरी नूं निम्म दे रुख हेठां बैठी छड्ड के अंदर आ गई सां। शाम नूं फिर किते मैं बाहर निकली तां वेख्या अंगूरी अजे भी निम्म दे रुख हेठां बैठी होई सी, बड़ी गुच्छा मुच्छा होई। शायद इसलिए कि तरकालां दी ठंड पिंडे विच माड़ी माड़ी कंबणी छिड़न लग पई सी। मैं अंगूरी दी पिठ वाले पासे सां। अंगूरी दे मूँह विच एक गीत सी, पर निरा सिसकी वर्गा। मेरी मुंदरी में लागो नगीनवा, हो बैरी कैसे काटूं जो बनवा। अंगूरी ने मेरे पैरां दी बिड़क सुन लई, मूँह मोड़ के तक्किया ते फिर अपने गीत नूं अपने मुंह विच मीट लिया। तू तो बहुत अच्छा गाती है अंगूरी। सामने दिसदा पिया सी कि अंगूरी ने अपनियां अखां विच कंबदे अथरू मोड़ लए ते उन्हां दी थावें अपने होठां उत्ते एक कंबदा हासा रख दिता। मुझे गाना नहीं आता। आता है, यह तो
तेरी सखी गाती थी, उसी से सुना था, फिर मुझे भी सुनाओ। ऐसे ही गिनती है बरस की, 4 महीने ठंडी होती है, 4 महीने गर्मी और 4 महीने बरखा। ऐसे नहीं, गा के सुनाओ। अंगूरी ने गाया ते ना, पर 12 ਮਹੀਨਿਆਂ ਦਾ ਵੇਰਵਾ ਇੰਜ ਗਿਣ ਦਿੱਤਾ ਜਿਵੇਂ ਉਹ ਇਹ ਹਿਸਾਬ ਆਪਣੀਆਂ ਉਂਗਲਾਂ ਉੱਤੇ ਪਈ ਕਰਦੀ ਹੋਵੇ। 4 ਮਹੀਨੇ ਰਾਜਾ ਠੰਡੀ ਹੋਵਤ ਹੋ, ਥਰ ਥਰ ਕਾਂਪੇ ਕਰੇਜਵਾ। 4 ਮਹੀਨੇ ਰਾਜਾ ਗਰਮੀ ਹੋਵਤ ਹੋ, ਥਰ ਥਰ ਕਾਂਪੇ ਪਵਨਵਾ। 4 ਮਹੀਨੇ ਰਾਜਾ ਬਰਖਾ ਹੋਵਤ ਹੋ, ਥਰ ਥਰ ਕਾਂਪੇ ਬਦਰਵਾ। ਅੰਗੂਰੀ ਬਿਟ ਬਿਟ ਮੇਰੇ ਮੂੰਹ ਵੱਲ ਵੇਖਣ ਲੱਗ ਪਈ। ਮਨ ਵਿੱਚ ਆਇਆ ਇਸ ਦੇ ਮੋਢੇ ਉੱਤੇ ਹੱਥ ਰੱਖ ਕੇ ਪੁੱਛਾਂ, ਚੱਲੀਏ, ਕਿਤੇ ਜੰਗਲੀ ਬੂਟੀ ਤਾਂ ਨਹੀਂ ਖਾ ਲਈ। ਮੇਰਾ ਹੱਥ ਉਹਦੇ ਮੋਢੇ ਉੱਤੇ ਰੱਖਿਆ ਵੀ ਗਿਆ, ਪਰ ਮੈਂ ਇਹ ਗੱਲ ਪੁੱਛਣ ਦੀ ਥਾਵੇਂ ਇਹ ਪੁੱਛਿਆ, ਤੂਨੇ ਖਾਣਾ ਵੀ ਖਾਇਆ ਕਿ ਨਹੀਂ? ਖਾਣਾ? ਅੰਗੂਰੀ ਨੇ ਮੂੰਹ ਤਾਂ ਕਰਕੇ ਤੱਕਿਆ। ਉਹਦੇ ਮੋਢੇ ਉੱਤੇ ਰੱਖੇ ਹੋਏ ਹੱਥ ਮੈਨੂੰ ਜਾਪਿਆ ਕਿ ਅੰਗੂਰੀ ਦਾ ਸਾਰਾ ਪਿੰਡਾ ਕੰਬਦਾ ਪਿਆ ਹੈ। ਖਬਰੇ ਹੁਣੇ ਉਹਨੇ ਜਿਹੜਾ ਗੀਤ ਗਾਇਆ ਸੀ ਵਰਖਾ ਰੁੱਤ ਵਿੱਚ ਕੰਬਣ ਵਾਲੇ ਬੱਦਲਾਂ ਦਾ, ਗਰਮੀ ਦੀ ਰੁੱਤੇ ਕੰਬਣ ਵਾਲੀ ਪੌਣ ਦਾ ਤੇ ਸਿਆਲ ਦੀ ਰੁੱਤੇ ਕੰਬਣ ਵਾਲੇ ਕਲੇਜੇ ਦਾ, ਉਸ ਗੀਤ ਦੀ ਸਾਰੀ ਕੰਬਣੀ ਅੰਗੂਰੀ ਦੇ ਪਿੰਡੇ ਵਿੱਚ ਸਮਾਈ ਹੋਈ ਸੀ। ਇਹ ਮੈਨੂੰ ਪਤਾ ਸੀ ਕਿ ਅੰਗੂਰੀ ਆਪਣੀ ਰੋਟੀ ਦਾ ਆਪ ਹੀ ਆਹਰ ਕਰਦੀ ਹੈ। ਪ੍ਰਭਾਤੀ ਮਾਲਕਾਂ ਦੀ ਰੋਟੀ ਬਣਾਉਂਦਾ, ਮਾਲਕਾਂ ਦੇ ਘਰੋਂ ਖਾਂਦਾ, ਇਸ ਲਈ ਅੰਗੂਰੀ ਨੂੰ ਉਹਦੀ ਰੋਟੀ ਦਾ ਆਹਰ ਨਹੀਂ ਹੁੰਦਾ। ਇਸ ਲਈ ਮੈਂ ਫੇਰ ਆਖਿਆ, ਤੂਨੇ ਅੱਜ ਰੋਟੀ ਬਣਾਈ ਕਿ नहीं? अभी नहीं। सवेरे बनाई थी? चाय पी थी? चाय? आज तो दूध ही नहीं था। आज दूध क्यों नहीं लिया था? वो तो मैं लेती नहीं, वो तो। तू रोज चाय नहीं पीती? पीती हूँ, फिर आज क्या हुआ? दूध तो वो राम तारा साडे मुहल्ले दा चौकीदार है, सारियां दा सांझा चौकीदार। सारी रात पहरा दिंदा, ਉਹ ਸਵੇਰ ਸਾਰ ਡਾਢਾ ਉਨੀਂਦਰਾ ਹੁੰਦਾ। ਮੈਨੂੰ ਯਾਦ ਆਇਆ ਕਿ ਜਦੋਂ ਅੰਗੂਰੀ ਨਹੀਂ ਸੀ ਆਈ, ਉਹ ਸਵੇਰ ਸਾਰ ਸਾਡੇ ਘਰਾਂ ਵਿੱਚੋਂ ਚਾਹ ਪੀ ਕੇ ਉਹ ਖੂਹ ਦੇ ਲਾਗੇ ਮੰਜੀ ਡਾਹ ਕੇ ਸੌਂ ਜਾਂਦਾ ਹੁੰਦਾ ਸੀ। ਤੇ ਹੁਣ ਜਦੋਂ ਦੀ ਅੰਗੂਰੀ ਆਈ ਸੀ, ਉਹ ਸਵੇਰ ਸਾਰ ਕਿਸੇ ਗਵਾਲੇ ਕੋਲੋਂ ਦੁੱਧ ਲੈ ਲੈਂਦਾ ਸੀ, ਅੰਗੂਰੀ ਦੇ ਚੁੱਲ੍ਹੇ ਉੱਤੇ ਚਾਹ ਦਾ ਪਤੀਲਾ ਚਾੜਦਾ ਸੀ ਤੇ ਅੰਗੂਰੀ, ਪ੍ਰਭਾਤੀ ਤੇ ਰਾਮ ਤਾਰਾ ਤਿੰਨੇ ਜਣੇ ਚੁੱਲ੍ਹੇ ਦੇ ਦੁਆਲੇ ਬਹਿ ਕੇ ਚਾਹ ਪੀਂਦੇ ਸਨ। ਤੇ ਨਾਲ ਹੀ ਮੈਨੂੰ ਯਾਦ ਆਇਆ ਕਿ ਰਾਮ ਤਾਰਾ ਪਿਛਲੇ 3 ਦਿਨਾਂ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਗਿਆ ਹੋਇਆ ਹੈ। ਮੈਨੂੰ ਇੱਕ ਦੁਖਿਆ ਹੋਇਆ ਹਾਸਾ ਆਇਆ ਤੇ ਮੈਂ ਆਖਿਆ, ਤੋ ਅੰਗੂਰੀ, ਤੂਨੇ 3 दिन से चाय नहीं पी? ਅੰਗੂਰੀ ਨੇ ਜ਼ੁਬਾਨ ਨਾਲ ਕੁਝ ਨਾ ਆਖਿਆ, ਨਾ ਵਿੱਚ ਸਿਰ ਫੇਰ ਦਿੱਤਾ। ਰੋਟੀ ਵੀ ਨਹੀਂ ਖਾਈ। ਅੰਗੂਰੀ ਕੋਲੋਂ ਬੋਲਿਆ ਨਾ ਗਿਆ। ਦਿਸਦਾ ਪਿਆ ਸੀ ਕਿ ਜੇ ਅੰਗੂਰੀ ਨੇ ਰੋਟੀ ਖਾਧੀ ਵੀ ਹੋਵੇਗੀ ਤਾਂ ਨਾ ਖਾਣ ਵਰਗੀ। ਰਾਮ ਤਾਰੇ ਦੀ ਸਾਰੀ ਦਿੱਖ ਮੈਨੂੰ ਚੇਤੇ ਆ ਗਈ। ਬੜੇ ਫੁਰਤੀਲੇ ਹੱਡ, ਬੜਾ ਸਾਊ ਮੂੰਹ ਤੇ ਜਿਹਦੇ ਕੋਲ ਨਿੰਮਾ ਹੱਸਦੀਆਂ ਤੇ ਸ਼ਰਮਾਂਦੀਆਂ ਅੱਖਾਂ ਹਨ, ਤੇ ਜਿਹਦੀ ਜ਼ੁਬਾਨ ਕੋਲ ਗੱਲ ਕਰਨ ਦਾ ਇੱਕ ਖਾਸ ਸਲੀਕਾ ਹੈ। अंगूरी जी, कहीं जंगली बूटी तो नहीं खा ली तूने? अंगूरी दे मूँह उत्ते परल अथरू वग पए। इन्हां अथरूआं ने वग के अंगूरी दियां जलूटियां नूं भिओं दिता ते फिर इन्हां अथरूआं ने वग के जदों दे होठां नूं भिओं दिता, अंगूरी दे मूँहों निकलदे हरफ भी गिले सन। मुझे कसम लागे जो मैंने उसके हाथ से कभी मिठाई खाई हो। मैंने पान भी नहीं खाया, सिर्फ चाय। जाने उसने चाय में ही। ते अगों अंगूरी दी सारी आवाज़ ओदे अथरुआं विच डुब गई।